ਨਮਸਕਾਰ ਦੋਸਤੋ, ਐਗਲੇ ਟੀਵੀ ਦੀ ਦੂਸਰੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵੀਡੀਓ ਵਿੱਚ ਆਪਾਂ ਬਿਜਲੀ ਬੋਰਡ ਦੀ ਅਸਾਮੀਆਂ ਲਈ ਹੋਣ ਜਾ ਰਹੀ ਡਾਕੂਮੈਂਟ ਵੈਰੀਫਿਕੇਸ਼ਨ ਬਾਰੇ ਗੱਲ ਕਰਾਂਗੇ। ਮੇਰੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਹਰੇਕ ਸਵਾਲ ਦਾ ਜਵਾਬ ਦੇ ਸਕਾਂ, ਇਸ ਲਈ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਲਾਸਟ ਤੱਕ ਜ਼ਰੂਰ ਦੇਖਣਾ। ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 21 ਮਾਰਚ ਤੋਂ PSPCL ਦੀ ਵੱਖ-ਵੱਖ ਅਸਾਮੀਆਂ ਲਈ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਜਾ ਰਹੀ ਸੀ, ਪਰ ਕਰੋਨਾ ਵਾਇਰਸ ਕਾਰਨ ਇਹ ਪੋਸਟਪੋਨ ਹੋ ਗਈ। ਹੁਣ ਚੰਗੀ ਖਬਰ ਇਹ ਹੈ ਕਿ 18 ਮਈ ਤੋਂ ਫਾਈਨਲੀ ਡਾਕੂਮੈਂਟ ਵੈਰੀਫਿਕੇਸ਼ਨ ਹੋਣ ਜਾ ਰਹੀ ਹੈ। ਇਸ ਦੇ ਸੰਬੰਧ ਵਿੱਚ ਤੁਹਾਨੂੰ ਟੈਕਸਟ ਮੈਸੇਜ ਜਾਂ ਮੇਲ ਵੀ ਆ ਗਈ ਹੋਵੇਗੀ ਅਤੇ PSPCL ਦੀ ਸਾਈਟ 'ਤੇ ਰਿਵਾਈਜ਼ਡ ਸ਼ਡਿਊਲ ਵੀ ਅਪਲੋਡ ਕਰ ਦਿੱਤਾ ਗਿਆ ਹੈ। ਤੁਸੀਂ ਵੈਬਸਾਈਟ 'ਤੇ ਜਾ ਕੇ ਇਸ ਨੂੰ ਡਾਊਨਲੋਡ ਕਰ ਸਕਦੇ ਹੋ। ਚੰਡੀਗੜ੍ਹ ਅਤੇ ਅਦਰ ਸਟੇਟ ਦੇ ਉਮੀਦਵਾਰਾਂ ਦਾ ਨਾਮ ਇਸ ਲਿਸਟ ਵਿੱਚ ਨਹੀਂ ਹੈ। ਉਹਨਾਂ ਦੀ ਲਿਸਟ ਥੋੜ੍ਹੇ ਟਾਈਮ ਤੱਕ ਅਲੱਗ ਤੋਂ ਆ ਜਾਵੇਗੀ। ਦੋਸਤੋ, ਮੈਂ ਸਮਝ ਸਕਦਾ ਕਿ ਤੁਸੀਂ ਨਰਵਸ ਹੋ। ਜਦ ਤੱਕ ਇਹ ਸਾਰਾ ਪ੍ਰੋਸੈਸ ਖਤਮ ਨਹੀਂ ਹੋ ਜਾਂਦਾ ਉਦ ਤੱਕ ਦਿਮਾਗ 'ਤੇ ਬੋਝ ਜਿਹਾ ਬਣਿਆ ਰਹਿੰਦਾ, ਬਿਨਾਂ ਮਤਲਬ ਤੋਂ ਡਰ ਜਿਹਾ ਲੱਗਿਆ ਰਹਿੰਦਾ। ਪਿਛਲੇ ਸਾਲ ਜਦੋਂ ਮੇਰੀ ਵੀ ਡਾਕੂਮੈਂਟ ਵੈਰੀਫਿਕੇਸ਼ਨ ਸੀ ਤਾਂ ਮੇਰਾ ਵੀ ਇਹੀ ਹਾਲ ਸੀ। ਮੈਂ ਵੀ ਬਹੁਤ ਨਰਵਸ ਸੀ, ਪਰ ਸੱਚ ਮੰਨੋ ਦੋਸਤੋ, ਡਰਨ ਵਾਲੀ ਐਡੀ ਗੱਲ ਨਹੀਂ। ਆਖਿਰ ਵਿੱਚ ਸਭ ਕੁਝ ਸਹੀ ਹੋ ਹੀ ਜਾਂਦਾ। ਇਸ ਵੀਡੀਓ ਵਿੱਚ ਮੈਂ ਤੁਹਾਡੇ ਹਰੇਕ ਸਵਾਲ ਦਾ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰੂੰ। ਜੇਕਰ ਕੋਈ ਗੱਲ ਰਹਿ ਜਾਂਦੀ ਹੈ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਹਰੇਕ ਸਵਾਲ ਦਾ ਜਵਾਬ ਦਿੱਤਾ ਜਾਵੇਗਾ। ਇਕੱਲੇ ਡਾਕੂਮੈਂਟ ਬਾਰੇ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਆਪਾਂ ਕੁਝ ਗੱਲਾਂ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਸਾਰੇ ਓਰੀਜਨਲ ਸਰਟੀਫਿਕੇਟਸ ਦੇ ਨਾਲ ਇਹਨਾਂ ਦੀ ਫੋਟੋ ਕਾਪੀਜ਼ ਵੀ ਲੈ ਕੇ ਜਾਣੀ ਆ। ਓਰੀਜਨਲ ਸਰਟੀਫਿਕੇਟ ਚੈੱਕ ਕਰਨ ਤੋਂ ਬਾਅਦ ਤੁਹਾਨੂੰ ਵਾਪਸ ਦੇ ਦਿੱਤੇ ਜਾਣਗੇ, ਜਦ ਕਿ ਇਹਨਾਂ ਦੀ ਫੋਟੋ ਕਾਪੀਜ਼ ਰੱਖ ਲਈ ਜਾਵੇਗੀ। ਇਸ ਲਈ ਯਾਦ ਨਾਲ ਫੋਟੋ ਕਾਪੀਜ਼ ਜ਼ਰੂਰ ਕਰਵਾ ਲੈਣਾ। ਹੁਣ ਡਾਕੂਮੈਂਟ ਵੈਰੀਫਿਕੇਸ਼ਨ 'ਚ ਇਹੀ ਦੇਖਿਆ ਜਾਊ ਕਿ ਤੁਹਾਡੇ ਡਾਕੂਮੈਂਟ ਪੂਰੇ ਹੈ ਜਾਂ ਨਹੀਂ। ਤੁਹਾਡੇ ਜਾਂ ਤੁਹਾਡੇ ਮਾਤਾ ਪਿਤਾ ਦੇ ਨਾਮ ਦੇ ਸਪੈਲਿੰਗ, ਤੁਹਾਡੀ ਡੇਟ ਆਫ ਬਰਥ, ਜਦ ਤੁਸੀਂ ਪੋਸਟਲੀ ਅਪਲਾਈ ਕੀਤਾ ਸੀ ਤਾਂ ਤੁਹਾਡੇ ਦੁਆਰਾ ਭਰੀ ਗਈ ਡਿਟੇਲ ਤੁਹਾਡੇ ਡਾਕੂਮੈਂਟ ਨਾਲ ਮੈਚ ਕਰਦੀ ਹੈ ਜਾਂ ਨਹੀਂ। ਪਰ ਫਿਕਰ ਨਾ ਕਰੋ ਦੋਸਤੋ, ਜੇਕਰ ਤੁਹਾਡਾ ਕੋਈ ਡਾਕੂਮੈਂਟ ਪੂਰਾ ਨਹੀਂ ਹੋਇਆ ਜਾਂ ਫਿਰ ਇਸ ਵਿੱਚ ਕੋਈ ਗਲਤੀ ਹੋਈ ਤਾਂ ਇਸ ਨੂੰ ਬਣਾਉਣ ਲਈ ਜਾਂ ਠੀਕ ਕਰਵਾਉਣ ਲਈ 10 ਤੋਂ 15 ਦਿਨਾਂ ਦਾ ਸਮਾਂ ਦਿੱਤਾ ਜਾਊਗਾ। ਉਸ ਸਮੇਂ ਤੁਹਾਡੇ ਤੋਂ ਇੱਕ ਐਪਲੀਕੇਸ਼ਨ ਲਿਖਾ ਲਈ ਜਾਊਗੀ ਕਿ ਮੇਰਾ ਇਹ ਡਾਕੂਮੈਂਟ ਨਹੀਂ ਬਣਿਆ ਜਾਂ ਫਿਰ ਇਸ ਡਾਕੂਮੈਂਟ 'ਚ ਇਹ ਗਲਤੀ ਹੈ ਅਤੇ ਮੈਂ ਇਸ ਨੂੰ ਇੰਨੇ ਸਮੇਂ ਵਿੱਚ ਠੀਕ ਕਰਵਾ ਲੂੰਗਾ। ਇਸ ਲਈ ਘਬਰਾਉਣ ਦੀ ਜ਼ਰੂਰਤ ਨਹੀਂ। ਚਲੋ ਹੁਣ ਡਾਕੂਮੈਂਟਸ ਬਾਰੇ ਡਿਟੇਲ ਵਿੱਚ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ 10th ਦਾ ਸਰਟੀਫਿਕੇਟ। ਤੁਹਾਡੇ 10th ਦੇ ਸਰਟੀਫਿਕੇਟ 'ਚ ਇੱਕ ਤਾਂ ਤੁਹਾਡੀ ਡੇਟ ਆਫ ਬਰਥ ਦੇਖੀ ਜਾਊ, ਦੂਸਰਾ ਇਹ ਦੇਖਿਆ ਜਾਊ ਕਿ ਤੁਸੀਂ 10ਵੀਂ ਪੱਧਰ 'ਤੇ ਪੰਜਾਬੀ ਪੜ੍ਹੀ ਹੈ ਜਾਂ ਨਹੀਂ। ਜੇਕਰ ਤੁਸੀਂ ਪੰਜਾਬੀ ਐਡੀਸ਼ਨਲ ਪੜ੍ਹੀ ਹੈ ਅਤੇ ਇਸ ਦਾ ਕੋਈ ਅਲੱਗ ਤੋਂ ਸਰਟੀਫਿਕੇਟ ਹੈ ਤਾਂ ਤੁਹਾਨੂੰ ਉਹ ਪੇਸ਼ ਕਰਨਾ ਹੋਵੇਗਾ। ਇਸ ਤੋਂ ਬਾਅਦ 12th ਦਾ ਸਰਟੀਫਿਕੇਟ। 12th ਦੇ ਸਰਟੀਫਿਕੇਟ ਵਿੱਚ ਜ਼ਿਆਦਾ ਕੁਝ ਨਹੀਂ ਦੇਖਿਆ ਜਾਊ, ਬਸ ਉਹੀ ਤੁਹਾਡੇ ਨਾਮ ਦੇ ਸਪੈਲਿੰਗ ਅਤੇ ਮਾਰਕਸ ਵਗੈਰਾ। ਇਸ ਤੋਂ ਬਾਅਦ ਤੁਹਾਡੇ ਗ੍ਰੈਜੂਏਸ਼ਨ ਦੇ ਸਾਰੇ ਸਮੈਸਟਰ ਦੇ DMC, ਫਿਰ ਕੰਪਲੀਟ ਗ੍ਰੈਜੂਏਸ਼ਨ ਦਾ DMC ਅਤੇ ਡਿਗਰੀ। ਜੇਕਰ ਤੁਸੀਂ SC ST ਜਾਂ OBC ਨਾਲ ਸੰਬੰਧ ਰੱਖਦੇ ਹੋ ਤਾਂ ਤੁਹਾਡਾ ਕਾਸਟ ਸਰਟੀਫਿਕੇਟ। ਹੁਣ ਕਾਸਟ ਸਰਟੀਫਿਕੇਟ ਨੂੰ ਲੈ ਕੇ ਕਈ ਉਮੀਦਵਾਰਾਂ ਦੇ ਇਹ ਸਵਾਲ ਹਨ ਕਿ ਸਾਨੂੰ ਕਾਸਟ ਸਰਟੀਫਿਕੇਟ ਨਵਾਂ ਬਣਵਾਉਣ ਦੀ ਜ਼ਰੂਰਤ ਹੈ ਜਾਂ ਨਹੀਂ। ਪਿਛਲੀ ਵਾਰ ਡਾਕੂਮੈਂਟ ਵੈਰੀਫਿਕੇਸ਼ਨ ਦੇ ਸਮੇਂ 5-6 ਸਾਲ ਪੁਰਾਣੇ ਕਾਸਟ ਸਰਟੀਫਿਕੇਟ ਵੀ ਚੱਲ ਗਏ ਸੀ, ਕਿਸੇ ਨੂੰ ਨਵਾਂ ਬਣਵਾਉਣ ਦੀ ਜ਼ਰੂਰਤ ਨਹੀਂ ਪਈ ਸੀ। ਅਤੇ ਇਸ ਵਾਰ ਵੀ ਨੋਟੀਫਿਕੇਸ਼ਨ ਵਿੱਚ ਇਸ ਬਾਰੇ ਕੋਈ ਗੱਲ ਮੈਂਸ਼ਨ ਨਹੀਂ ਕੀਤੀ ਹੈ, ਇਸ ਲਈ ਨਵਾਂ ਬਣਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਪਰ ਜੇਕਰ ਨਵਾਂ ਬਣਵਾਉਣਾ ਵੀ ਪਿਆ ਤਾਂ ਤੁਹਾਨੂੰ ਇਸ ਲਈ ਪ੍ਰੋਪਰ ਟਾਈਮ ਦਿੱਤਾ ਜਾਊਗਾ, ਇਸ ਲਈ ਘਬਰਾਉਣ ਵਾਲੀ ਕੋਈ ਗੱਲ ਨਹੀਂ। ਫਿਰ ਗੱਲ ਕਰਦੇ ਹਾਂ ਰੈਜ਼ੀਡੈਂਸ ਸਰਟੀਫਿਕੇਟ ਜਾਂ ਡੋਮਿਸਾਈਲ ਸਰਟੀਫਿਕੇਟ ਬਾਰੇ। ਦੋਸਤੋ, ਨੋਟੀਫਿਕੇਸ਼ਨ ਵਿੱਚ ਸਾਫ਼-ਸਾਫ਼ ਲਿਖਿਆ ਹੈ ਕਿ ਰੈਜ਼ੀਡੈਂਸ ਸਰਟੀਫਿਕੇਟ 1 ਜਨਵਰੀ 2019 ਤੋਂ ਬਾਅਦ ਦਾ ਹੀ ਹੋਣਾ ਚਾਹੀਦਾ ਹੈ, ਇਸ ਤੋਂ ਪੁਰਾਣਾ ਨਹੀਂ ਚੱਲੇਗਾ। ਇਸ ਲਈ ਇਹ ਤਾਂ ਤੁਹਾਨੂੰ ਨਵਾਂ ਬਣਵਾਉਣਾ ਹੀ ਪਵੇਗਾ। ਜੇਕਰ ਤੁਸੀਂ ਹਲੇ ਨਹੀਂ ਵੀ ਬਣਵਾਇਆ ਤਾਂ ਵੀ ਕੋਈ ਗੱਲ ਨਹੀਂ। ਜਿਵੇਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈ ਕਿ ਜੇਕਰ ਤੁਹਾਡਾ ਕੋਈ ਡਾਕੂਮੈਂਟ ਪੂਰਾ ਨਹੀਂ ਹੋਵੇਗਾ ਤਾਂ ਤੁਹਾਨੂੰ ਪੂਰਾ ਟਾਈਮ ਦਿੱਤਾ ਜਾਵੇਗਾ ਇਸ ਨੂੰ ਬਣਵਾਉਣ ਲਈ। ਜਨਰਲ ਕੈਟਾਗਰੀ ਦੇ ਉਮੀਦਵਾਰਾਂ ਨੂੰ ਰੈਜ਼ੀਡੈਂਸ ਸਰਟੀਫਿਕੇਟ ਬਣਵਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਉਹਨਾਂ ਨੂੰ ਇਸ ਤੋਂ ਛੂਟ ਹੈ। ਫਿਰ ਗੱਲ ਕਰਦੇ ਹਾਂ ਕੰਪਿਊਟਰ ਦੇ ਸਰਟੀਫਿਕੇਟ ਦੀ। ਇਹ ਸਿਰਫ LDC ਦੀ ਅਸਾਮੀ ਲਈ ਜ਼ਰੂਰੀ ਹੈ। ਇਹ 120 ਘੰਟਿਆਂ ਦਾ ISO ਸਰਟੀਫਾਈਡ ਹੋਣਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਤੁਹਾਡੇ ਕੰਪਿਊਟਰ ਸਰਟੀਫਿਕੇਟ 'ਤੇ 120 ਘੰਟੇ ਲਿਖਿਆ ਹੋਵੇ। ਤੁਹਾਡੇ ਕੰਪਿਊਟਰ ਕੋਰਸ ਦੇ ਡਿਊਰੇਸ਼ਨ ਦੇ ਹਿਸਾਬ ਨਾਲ 120 ਘੰਟੇ ਦਾ ਹੋਣਾ ਚਾਹੀਦਾ ਹੈ, ਮਤਲਬ ਘੱਟੋ ਘੱਟ 4 ਮਹੀਨੇ ਦਾ। ਇਸ ਦੇ ਬਾਰੇ ਵੀ ਡਾਊਟ ਹੈ ਕਿ ਇਹ ਕੰਪਿਊਟਰ ਸਰਟੀਫਿਕੇਟ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਦੀ ਡੇਟ ਦਾ ਹੋਣਾ ਚਾਹੀਦਾ ਹੈ ਜਾਂ ਬਾਅਦ ਦਾ ਵੀ ਚੱਲ ਜਾਊਗਾ। ਦੇਖੋ, ਇਸ ਬਾਰੇ ਨੋਟੀਫਿਕੇਸ਼ਨ ਵਿੱਚ ਕੁਝ ਵੀ ਮੈਂਸ਼ਨ ਨਹੀਂ ਕੀਤਾ ਗਿਆ ਹੈ। ਜ਼ਿਆਦਾਤਰ ਚਾਂਸ ਤਾਂ ਇਹੀ ਹਨ ਕਿ ਇਹ ਨੋਟੀਫਿਕੇਸ਼ਨ ਆਉਣ ਤੋਂ ਪਹਿਲਾਂ ਦਾ ਹੀ ਹੋਣਾ ਚਾਹੀਦਾ ਹੈ, ਪਰ ਨੋਟੀਫਿਕੇਸ਼ਨ ਵਿੱਚ ਇਸ ਬਾਰੇ ਕੁਝ ਮੈਂਸ਼ਨ ਨਹੀਂ ਹੈ। ਇੱਕ ਹੋਰ ਜ਼ਰੂਰੀ ਗੱਲ, ਜੇਕਰ ਤੁਸੀਂ ਆਪਣੀ ਗ੍ਰੈਜੂਏਸ਼ਨ ਹੀ ਕੰਪਿਊਟਰ ਵਿੱਚ ਕੀਤੀ ਹੈ ਤਾਂ ਵੀ ਤੁਹਾਨੂੰ ਕੰਪਿਊਟਰ ਸਰਟੀਫਿਕੇਟ ਪੇਸ਼ ਕਰਨਾ ਹੀ ਪਵੇਗਾ। ਜੇਕਰ ਤੁਸੀਂ LDC ਦੀ ਪੋਸਟ ਲਈ ਅਪਲਾਈ ਕੀਤਾ ਹੈ ਤਾਂ ਤੁਹਾਨੂੰ ਹਰ ਹਾਲਤ ਵਿੱਚ ਕੰਪਿਊਟਰ ਸਰਟੀਫਿਕੇਟ ਪੇਸ਼ ਕਰਨਾ ਪਵੇਗਾ। ਇਸ ਤੋਂ ਬਾਅਦ ਸਪੋਰਟਸ ਗ੍ਰੈਡੂਏਸ਼ਨ ਸਰਟੀਫਿਕੇਟ, ਸਪੋਰਟਸ ਪਰਸਨ ਦੇ ਲਈ ਤੁਹਾਡੀ ਓਰੀਜਨਲ ਫੋਟੋ ID ਪ੍ਰੂਫ, ਇਸ ਤੋਂ ਇਲਾਵਾ 4-5
ਪਾਸਪੋਰਟ ਸਾਈਜ਼ ਫੋਟੋਜ਼। ਦੋਸਤੋ ਮੈਂ ਦੁਬਾਰਾ ਰਿਪੀਟ ਕਰਦਾ, ਜੇਕਰ ਮੇਰੇ ਤੋਂ ਕੋਈ ਵੀ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ। ਜੇਕਰ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਹੈ ਤਾਂ ਤੁਸੀਂ ਕਮੈਂਟ ਵਿੱਚ ਦੂਜੇ ਉਮੀਦਵਾਰਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਕੇ ਉਹਨਾਂ ਦੀ ਮਦਦ ਕਰ ਸਕਦੇ ਹੋ। ਦੋਸਤੋ ਆਪਣੀ ਅਗਲੀ ਵੀਡੀਓ ਵਿੱਚ ਮੈਂ ਡਾਕੂਮੈਂਟ ਵੈਰੀਫਿਕੇਸ਼ਨ ਤੋਂ ਬਾਅਦ ਹੋਣ ਵਾਲੇ ਪ੍ਰੋਸੈਸ ਦੀ ਗੱਲ ਕਰੂੰਗਾ, ਜਿਵੇਂ ਕਿ ਆਫਰ ਲੈਟਰ ਕਦੋਂ ਤੱਕ ਆ ਸਕਦਾ ਹੈ, ਇਸ ਵਿੱਚ ਕੀ ਲਿਖਿਆ ਹੋਵੇਗਾ, ਮੈਡੀਕਲ, ਸ਼ੋਰਟੀ ਬੌਂਡ, ਪੁਲਿਸ ਵੈਰੀਫਿਕੇਸ਼ਨ, ਅਸਲ ਵਿੱਚ ਸੈਲਰੀ ਕਿੰਨੀ ਹੋਵੇਗੀ, ਜੇਕਰ ਤੁਸੀਂ ਪ੍ਰੋਬੇਸ਼ਨ ਵਿੱਚ ਜੌਬ ਛੱਡਦੇ ਹੋ ਤਾਂ ਤੁਹਾਨੂੰ ਕਿੰਨਾ ਜੁਰਮਾਨਾ ਭਰਨਾ ਪਵੇਗਾ। ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਜਾਣਨ ਲਈ ਸਾਡੇ ਚੈਨਲ ਨਾਲ ਜੁੜੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ। ਇਹ ਜਾਣਕਾਰੀ ਕਿਸੇ ਦੇ ਕੰਮ ਆ ਸਕਦੀ ਹੈ। ਧੰਨਵਾਦ।